वास्ते आवाज़ उठाते सी ते इन्हां नूं चक के जेल च अंदर मार करता क्योंकि लोग अपने हक लई लड़दे ने चाहे जंगल ने। पुलिस दी इस गल करके कि पुलिस ने उन्हां ते इल्जाम लाता कदे माओवादी होवे कम्युनिस्ट होवे ਇਹੋ ਜਿਹੇ ਕੇਸਾਂ ਦੇ ਵਿੱਚ ਅੰਦਰ ਸੀ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਪੁਆਧੀ ਟੀਵੀ ਦੇਖ ਰਹੇ ਹੋ ਤੇ ਅਸੀਂ ਪਟਿਆਲੇ ਖੜੇ ਹਾਂ। ਪਟਿਆਲੇ ਮਿੰਨੀ ਸੈਕਟਰੀਏਟ ਦੇ ਬਾਹਰ ਜਿਹੜਾ ਕਿ ਕਿਸਾਨ ਭਾਰਤੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਜਿਹੜਾ ਕਿ ਇੱਕ ਰੋਸ ਪ੍ਰਦਰਸ਼ਨ ਕਰਿਆ ਗਿਆ। ਜਿਹੜੇ ਸਟੇਨ ਸਵਾਮੀ ਜਿਹੜੇ ਕਿ ਜੇਲ੍ਹ ਦੇ ਵਿੱਚ ਸੀ, ਜਿਨ੍ਹਾਂ ਦੀ ਕੱਲ ਕਿ ਮੌਤ ਹੋ ਚੁੱਕੀ ਹੈ, ਉਹਦੇ ਸੰਬੰਧ ਜਿਹੜਾ ਰੋਸ ਪ੍ਰਦਰਸ਼ਨ ਆ ਪਟਿਆਲੇ ਮਿੰਨੀ ਸੈਕਟਰੀਏਟ ਦੇ ਬਾਹਰ ਕੀਤਾ ਗਿਆ ਸੀ। ਸੋ ਕੀ ਕਹਿਣਾ ਚਾਹੋਗੇ ਪ੍ਰਧਾਨ ਸੁਖਵਿੰਦਰ ਸਿੰਘ ਜੀ ਸਾਡੇ ਨਾਲ ਨੇ। ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਧਰਨੇ ਪ੍ਰਦਰਸ਼ਨ? देखो जी मोदी सरकार है, सरकारां दा पहलां भी जिहड़े लोग बुद्धिजीवी सी उन्हां दे खिलाफ सी, पर ये ज़्यादा खिलाफ आ क्योंकि जिहड़ा लोकां दी आवाज़ उठाउंदे ने, चाहे लोग जंगल च अपने जंगलां दी राखी, चाहे खेतां दी राखी, चाहे अपनी फसलां दी राखी वास्ते बोलदे ने, जिहड़े बुद्धिजीवी बोलदे ने, चाहे वरवरा हो राव होवे, चाहे स्टेन स्वामी जी होण, ਇਹਨਾਂ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਅੰਦਰ ਜਿਹੜੇ ਲੋਕਾਂ ਦੀ ਆਵਾਜ਼ ਸੁਣਾਉਂਦੇ ਨੇ ਉਹਨਾਂ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਅੰਦਰ ਕਰ ਦਿੰਦੇ ਨੇ। ਤੇ ਇਹ ਵੀ ਲੋਕਾਂ ਵਾਸਤੇ ਆਵਾਜ਼ ਉਠਾਉਂਦੇ ਸੀ ਤੇ ਇਹਨਾਂ ਨੂੰ ਚੱਕ ਕੇ ਜੇਲ੍ਹ 'ਚ ਅੰਦਰ ਕਰਤਾ ਕਿਉਂਕਿ ਲੋਕ ਆਪਣੇ ਹੱਕ ਲਈ ਲੜਦੇ ਨੇ, ਚਾਹੇ ਜੰਗਲ ਨੇ, ਚਾਹੇ ਇੱਥੋਂ ਦੇ ਜੰਗਲ ਨੇ, ਝਾੜਖੰਡ ਦੇ ਜਿਹੜੇ ਆਪਣੇ ਹੱਕਾਂ ਲਈ ਲੜਦੇ ਨੇ ਉਹਨਾਂ ਨੂੰ ਕਦੇ ਮਾਇਓਵਾਦੀ ਕਿਹਾ ਜਾਂਦਾ, ਕਦੇ ਖਾਲਿਸਤਾਨੀ, ਕਦੇ ਅੱਤਵਾਦੀ ਕਿਹਾ ਜਾਂਦਾ ਹੈ। ਤੇ ਲੋਕ ਜਿਵੇਂ ਇਹ ਬੁੱਧੀਜੀਵੀ ਲੋਕਾਂ ਵਾਸਤੇ ਆਵਾਜ਼ ਉਠਾਉਂਦੇ ਸੀ ਵੀ ਜੇ ਲੋਕਾਂ ਨੂੰ ਜਿਹੜੇ ਬਣਦਾ ਹੱਕ ਦਿੱਤਾ ਜਾਣਾ ਹੀ ਚਾਹੀਦਾ ਹੈ। ਜਿਹੜੇ ਉਹ ਚਾਹੇ ਜੰਗਲ ਨੇ, ਚਾਹੇ ਉਹ ਉੱਥੇ ਉਹਨਾਂ ਦੇ ਲੋਕਾਂ ਦੇ ਪਹਾੜ ਨੇ, ਉਹ ਕਹਿੰਦੇ ਨੇ ਵੀ ਉਹ ਬੁੱਧੀਜੀਵੀ ਕਹਿੰਦੇ ਵੀ ਉਹਨਾਂ ਕੋਲ ਉਸੇ ਤਰ੍ਹਾਂ ਹੀ ਰਹਿਣ ਦਿਓ, ਉਹਨਾਂ ਕੋਲ ਰਹਿਣ ਦਿਓ, ਪਰ ਉਹਨਾਂ ਨੂੰ ਚੱਕ ਕੇ ਇਹਨਾਂ ਨੇ ਜੇਲ੍ਹ 'ਚ ਕਰਤਾ। ਤੇ ਅਸਲ 'ਚ ਇਹ ਉਹ ਸਟੇਨ ਸਵਾਮੀ ਦੇ ਕਾਤਲ ਨੇ ਕਿਉਂਕਿ ਉਹਨਾਂ ਨੂੰ ਰਿਹਾ ਨਹੀਂ ਕੀਤਾ, ਬਿਮਾਰ ਸੀ ਉਹ, ਉਹਨਾਂ ਨੂੰ ਰਿਹਾ ਨਹੀਂ ਕੀਤਾ। ਇਹਦਾ ਕਿਹੜਾ ਉਹਨਾਂ ਨੇ ਤੁਸੀਂ ਕੀ ਮੰਨਦੇ ਹੋ ਕਿ ਜਿਹੜਾ ਸਟੇਨ ਸਵਾਮੀ ਹੋਰਾਂ ਦੀ ਜਿਹੜੀ ਜੇਲ੍ਹ ਦੇ ਵਿੱਚ ਮੌਤ ਹੋਈ ਆ ਉਹਦਾ ਜ਼ਿੰਮੇਵਾਰ ਕੌਣ? ਉਹਦੇ ਜ਼ਿੰਮੇਵਾਰੀ ਇਹ ਸਰਕਾਰ ਵਾਲੇ ਨੇ ਜਿਨ੍ਹਾਂ ਨੇ ਉਹਨਾਂ ਨੂੰ ਰਿਹਾ ਨਹੀਂ ਕੀਤਾ। ਇਹ ਲੋਕਾਂ ਦੀ ਆਵਾਜ਼ ਸੀ, ਉਹ ਲੋਕਾਂ ਦੀ ਆਵਾਜ਼ ਨੂੰ ਇਹ ਦਬਾਉਣ ਵਾਸਤੇ ਉਹਨਾਂ ਨੂੰ ਕਤਲ ਜੇਲ੍ਹ 'ਚ ਕੀਤਾ ਸੀ। ਤੇ ਉਹ ਜਦੋਂ ਬਿਮਾਰ ਹੋ ਗਏ ਸੀ ਉਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਸੀ। ਉਹਨਾਂ ਤੇ ਕੋਈ ਇਹੋ ਜਿਹਾ ਕੋਈ ਐਗਜੈਸ਼ਨ ਨਹੀਂ ਸੀ ਵੀ ਉਹਨਾਂ ਨੇ ਲੋਕਾਂ ਦੇ ਕਿਤੇ ਜਾ ਕੇ ਬੰਬ ਸਿੱਟਿਆ ਹੋਵੇ। ਉਹ ਲੋਕਾਂ ਦੀ ਆਵਾਜ਼ ਉਠਾਉਂਦੇ ਸੀ ਵੀ ਜਿਹੜੇ ਲੋਕ ਨੇ ਉਹਨਾਂ ਦੇ ਹੱਕ ਉਹਨਾਂ ਨੂੰ ਦਿੱਤੇ ਜਾਣ, ਪਰ ਇਹਨਾਂ ਨੇ ਉਹ ਨਾ ਸਾਰਦੇ ਹੋਏ ਜੇਲ੍ਹ 'ਚ ਬੰਦ ਕਰਤਾ। ਤੇ ਜਦੋਂ ਉਹਨਾਂ ਦੀ ਸਿਹਤ ਖਰਾਬ ਹੋ ਗਈ ਉਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਸੀ ਜਾਂ ਉਹਨਾਂ ਦਾ ਹਸਪਤਾਲ 'ਚ ਇਲਾਜ ਕਰਾਉਣਾ ਚਾਹੀਦਾ ਸੀ। ਅਸੀਂ ਮੰਗ ਕਰਦੇ ਹਾਂ ਬਈ ਜਿਹੜੇ ਸਟੇਨ ਸਵਾਮੀ ਜੀ ਜਿਨ੍ਹਾਂ ਦੀ ਡੈਥ ਹੋਈ ਆ, ਉਹਨਾਂ ਦੇ ਜਿਨ੍ਹਾਂ ਨੇ ਉਹਨਾਂ ਦੇ ਪਰਚਾ ਦਰਜ ਕੀਤਾ ਹੈ, ਉਹਨਾਂ ਦੇ ਕਤਲ ਦਾ ਪਰਚਾ ਉਹਨਾਂ 'ਤੇ ਦਰਜ ਹੋਣਾ ਚਾਹੀਦਾ ਕਿਉਂਕਿ ਉਹ ਸਾਡੇ ਲੋਕਾਂ ਵਾਸਤੇ ਆਵਾਜ਼ ਉਠਾਉਂਦੇ ਸੀ। ਲੋਕਾਂ ਦੇ ਜਿਹੜੇ ਸੀ ਉਹ ਲੋਕਾਂ ਦੇ ਸਾਰਥੀ, ਉਹਨਾਂ ਵਾਸਤੇ ਉਹ ਬੁੱਧੀਜੀਵੀ ਸੀ, ਉਹ ਲੋਕਾਂ ਵਾਸਤੇ ਲੜਦੇ ਸੀ, ਲੋਕਾਂ ਵਾਸਤੇ ਲੜਦੇ ਉਹ ਆਪਣੀ ਜ਼ਿੰਦਗੀ ਦੇ ਗਏ, ਪਰ ਉਹ ਪੁਲਿਸ ਦੀ ਕਸਟਡੀ 'ਚੋਂ ਬਾਹਰ ਨਹੀਂ ਆਏ। ਇਸ ਕਰਕੇ ਉਹ ਉਹਨਾਂ ਦੇ ਜਿਹੜੀ ਕਾਤਲ ਆ ਉਹ ਪੁਲਿਸ ਹੈ ਤੇ ਇੱਥੋਂ ਦਾ ਜਿਹੜਾ ਸਿਸਟਮ ਹੈ ਉਹ। ਸਾਡੇ ਨਾਲ ਤਰਸੇਮ ਧੂਰੀ ਜੀ ਮੌਜੂਦ ਨੇ ਜਿਹੜੇ ਕਿ ਅੱਜ ਦੇ ਜਿਹੜੇ ਧਰਨੇ ਬਾਰੇ ਰੋਸ ਪ੍ਰਦਰਸ਼ਨ ਕਿਉਂ ਕੀਤਾ ਗਿਆ ਇਹਦੇ ਬਾਰੇ ਪੂਰੀ ਜਾਣਕਾਰੀ ਦੇਣਗੇ। ਸਰ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਸਰ, ਜਿਹੜਾ ਇਹ ਅੱਜ ਦਾ ਰੋਸ ਪ੍ਰਦਰਸ਼ਨ ਕੀਤਾ ਗਿਆ ਸਟੇਨ ਸਵਾਮੀ ਜੀ ਦੇ ਜਿਹੜੇ ਸਬੰਧ ਦੇ ਵਿੱਚ, ਇਹ ਕਿਉਂ ਕੀਤਾ ਗਿਆ? ਅਸਲ 'ਚ ਕੀ ਰੋਸ ਆ ਜੀ? ਮੈਂ ਜਮਹੂਰੀ ਅਧਿਕਾਰ ਸਭਾ ਦਾ ਸੂਬੇ ਦਾ ਵਿੱਤ ਸਕੱਤਰ ਹਾਂ ਤੇ ਅੱਜ ਅਸਲ 'ਚ ਜਮਹੂਰੀ ਅਧਿਕਾਰ ਸਭਾ ਲੰਬੇ ਸਮੇਂ ਤੋਂ ਹੀ ਜਿੱਥੇ ਵੀ ਕਿਤੇ ਸਰਕਾਰੀ ਜਾਂ ਗੈਰ ਸਰਕਾਰੀ ਕਿਸੇ ਵੀ ਕਿਸਮ ਦਾ ਲੋਕਾਂ ਨਾਲ ਧੱਕਾ ਹੁੰਦਾ ਹੈਗਾ ਉੱਥੇ ਬਕਾਇਦਾ ਤੌਰ 'ਤੇ ਇਨਵੈਸਟੀਗੇਸ਼ਨ ਕਰਕੇ ਉਹਦੀਆਂ ਰਿਪੋਰਟਾਂ ਵੀ ਜਾਰੀ ਕਰਦੀ ਹੈ ਤੇ ਉਹਦੇ ਖਿਲਾਫ ਆਵਾਜ਼ ਵੀ ਬੁਲੰਦ ਕਰਦੀ ਹੈ। ਪਿਛਲੇ ਲੰਬੇ ਸਮੇਂ ਤੋਂ ਇਸ ਸਰਕਾਰ ਦਾ ਖਾਸ ਤੌਰ 'ਤੇ BJP RSS ਦੀ ਜਿਹੜੀ ਸਰਕਾਰ ਹੈ ਉਹਦਾ ਇੱਕ ਰੁਝਾਨ ਇੱਕ ਨਵੀਂ ਕਿਸਮ ਦਾ ਬਣਿਆ ਹੈਗਾ ਕਿ ਅਸਲ 'ਚ ਪਹਿਲਾਂ ਕਿਸੇ ਥਾਂ 'ਤੇ ਡਿਸਟਰਬੈਂਸ ਪੈਦਾ ਕਰੋ, ਦੰਗਿਆਂ ਵਾਲੇ ਹਾਲਾਤ ਪੈਦਾ ਕਰੋ ਤੇ ਜਿਹੜੇ ਦੰਗਿਆਂ ਦੇ ਪੀੜਤ ਹੈ ਉਹਨਾਂ ਦੇ ਉੱਤੇ ਹੀ ਕੇਸ ਦਰਜ ਕਰਕੇ ਜਿਹੜੇ ਅਸਲ ਦੋਸ਼ੀ ਦੰਗਾ ਫੈਲਾਉਣ ਵਾਲੇ ਹੈਗੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈਗੀ। ਦਿੱਲੀ ਦੰਗਿਆਂ ਸਮੇਂ ਵੀ ਇਹੋ ਜਿਹਾ ਹੋਇਆ, ਗੁਜਰਾਤ ਦੇ ਜਿਹੜਾ ਕਤਲੇਆਮ ਹੋਇਆ ਉਸ ਸਮੇਂ ਵੀ ਅਜਿਹਾ ਹੋਇਆ ਤੇ ਹੁਣ ਭੀਮਾ ਕੋਰੇਗਾਂਵ ਦੀ ਜਿਹੜੀ ਘਟਨਾ ਹੈ ਉੱਥੇ ਵੀ ਜਿਹੜਾ 1 ਜਨਵਰੀ 2020 ਨੂੰ ਜਿਹੜਾ ਇਕੱਠ ਹੋਇਆ ਸੀਗਾ ਉੱਥੇ ਵੀ ਜਿਹੜਾ ਲੱਖਾਂ ਦਾ ਇਕੱਠ ਹੋਇਆ ਸੀ, ਉਸ ਲੱਖਾਂ ਦੇ ਇਕੱਠ ਦੇ ਵਿੱਚ ਭਗਦੜ ਪੈਦਾ ਕਰਨ ਵਾਸਤੇ ਸ਼ੰਭਾ ਜੀ ਭਿੰਡੇ
ਤੇ ਏਕਨਾਥ ਏਕਵੋਟੇ ਉਸ ਸਾਜ਼ਿਸ਼ ਦੇ ਵਿੱਚ ਸ਼ਾਮਲ ਸੀ। ਉਹਨਾਂ ਤੇ ਬਕਾਇਦਾ ਤੌਰ ਤੇ FIR ਵੀ ਦਰਜ ਹੋ ਗਈ ਸੀ, ਪਰ ਉਸ FIR ਨੂੰ ਖੁਰਦ-ਬਿਰਦ ਕਰਕੇ ਜਿਹੜੇ ਉਸ ਪ੍ਰੋਗਰਾਮ ਦੇ ਨਾਲ ਜੁੜੇ ਹੋਏ, ਉਸ ਪ੍ਰੋਗਰਾਮ ਨੂੰ ਵਿਚਾਰਧਾਰਕ ਤੌਰ ਤੇ ਸਮਰਥਨ ਦੇਣ ਵਾਲੇ ਕੁਝ ਚਿੰਤਕ ਲੋਕ ਸੀਗੇ, ਉਹਨਾਂ ਚਿੰਤਕ ਲੋਕਾਂ ਨੂੰ ਝੂਠੇ ਕੇਸਾਂ ਦੇ ਵਿੱਚ ਫਸਾਉਣ ਦਾ ਕੋਸ਼ਿਸ਼ ਕੀਤੀ ਗਈ ਹੈ। ਇਕੱਲੀ ਕੋਸ਼ਿਸ਼ ਹੀ ਨਹੀਂ ਕੀਤੀ ਗਈ, ਜਦੋਂ ਉੱਥੇ ਮਹਾਰਾਸ਼ਟਰ ਦੇ ਵਿੱਚ ਰਾਜ ਸਰਕਾਰ ਦੇ ਵਿੱਚ ਤਬਦੀਲੀ ਆਈ, BJP ਦੀ ਥਾਂ ਤੇ ਦੂਜੀ ਕੋਈ ਸਰਕਾਰ ਆਈ, ਤਾਂ ਕੇਂਦਰ ਨੇ ਬਕਾਇਦਾ ਤੌਰ ਤੇ ਸਾਜ਼ਿਸ਼ੀ ਢੰਗ ਨਾਲ ਉਸ ਸਟੇਟ ਦੀ ਸਰਕਾਰ ਤੋਂ ਕੇਸ ਹੈ ਜਿਹੜਾ NIA ਦੇ ਅਧੀਨ ਲੈ ਆਂਦਾ, ਤਾਂ ਕਿ ਉਹਨਾਂ ਨੂੰ ਝੂਠੇ ਕੇਸਾਂ ਦੇ ਵਿੱਚ ਫਸਾ ਕੇ ਬਿਨਾਂ ਅਦਾਲਤ ਤੋਂ, ਬਿਨਾਂ ਕਿਸੇ ਦੋਸ਼ ਦੇ ਪ੍ਰੂਵ ਹੋਣ ਤੋਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਰੱਖਿਆ ਜਾਵੇ। UAPA ਇੱਕ ਅਜਿਹਾ ਕਾਨੂੰਨ ਹੈ ਜਿਹਦੇ 'ਚ ਕਨਵਿਕਸ਼ਨ ਦਾ ਰੇਟ ਕੇਵਲ 2% ਹੈ, ਭਾਵ 100 ਦੇ ਵਿੱਚੋਂ ਕੇਵਲ 2% ਲੋਕਾਂ ਤੇ ਹੀ ਦੋਸ਼ ਸਾਬਤ ਹੁੰਦੇ ਹੈ। ਇਹਦਾ ਮਤਲਬ 98% ਜਿਹੜੇ ਲੋਕ ਹੈ ਉਹਨਾਂ ਨੂੰ ਕੇਵਲ ਪੁਲਿਸ ਦੀ ਇਸ ਗੱਲ ਕਰਕੇ ਕਿ ਪੁਲਿਸ ਨੇ ਉਹਨਾਂ ਤੇ ਇਲਜ਼ਾਮ ਲਾਤਾ, ਉਸੇ ਕਰਕੇ 20 ਸਾਲ, 10 ਸਾਲ, 3 ਸਾਲ, 4 ਸਾਲ ਜੇਲ੍ਹਾਂ ਦੇ ਵਿੱਚ ਬੰਦ ਰੱਖਿਆ ਜਾਂਦਾ ਹੈਗਾ। ਹੁਣ ਜਿੰਨੇ ਬੁੱਧੀਜੀਵੀ ਚਿੰਤਕ ਜੇਲ੍ਹਾਂ ਦੇ ਵਿੱਚ ਬੰਦ ਹੈ ਉਹ ਸਾਰੇ 60 ਸਾਲ ਤੋਂ ਲਗਭਗ ਉਮਰ ਤੋਂ ਵੱਧ ਉਮਰ ਦੇ ਹੈਗੇ। ਤੁਸੀਂ ਫਿਰ ਜਿਹੜਾ ਇਹ UAPA ਜਿਹੜਾ ਕਾਨੂੰਨ ਆ ਇਸ ਨੂੰ ਵਾਪਸ ਲੈਣ ਦੀ ਮੰਗ ਕਰਦੇ ਹਾਂ ਜਮਹੂਰੀ ਅਧਿਕਾਰ ਸਭਾ ਤੋਂ ਬਹੁਤ ਲੰਬੇ ਸਮੇਂ ਤੋਂ। ਕੇਵਲ UAPA ਨਹੀਂ, ਜਿਹੜਾ ਦੇਸ਼ ਧਰੋਹ ਦਾ NSA ਕਾਨੂੰਨ ਹੈ ਤੇ ਅਫਸਪਾ ਕਾਨੂੰਨ ਹੈ, ਇਹਨਾਂ ਸਾਰੇ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਅਸੀਂ ਜਮਹੂਰੀ ਅਧਿਕਾਰ ਸਭਾ ਵੱਲੋਂ ਮੰਗ ਕਰਦੇ ਹਾਂ। ਤੇ ਅਦਾਲਤੀ ਹਿਰਾਸਤ ਦੇ ਵਿੱਚ ਜਿਹੜਾ ਇਸ ਸਟੈਂਡ ਸਵਾਮੀ ਦਾ ਕਤਲ ਕੀਤਾ ਹੈਗਾ, ਅਸੀਂ ਬਕਾਇਦਾ ਤੌਰ ਤੇ ਇਸ ਸਰਕਾਰ ਤੇ ਅਦਾਲਤ ਜਿਹੜੀ ਇਸ ਕਤਲ ਤੇ ਜ਼ਿੰਮੇਵਾਰ ਹੈ ਉਸ ਤੇ ਕੇਸ ਦਰਜ ਕਰਨ ਦੀ ਮੰਗ ਕਰਦੇ ਹਾਂ ਜਮਹੂਰੀ ਅਧਿਕਾਰ ਸਭਾ ਵੱਲੋਂ। ਮਤਲਬ ਕਿ ਜਿਹੜੇ ਸਟੈਨ ਸਵਾਮੀ ਜੀ ਨੇ ਉਹਨਾਂ ਦੀ ਜਿਹੜੀ ਡੈਥ ਹੋਈ ਆ, ਤੁਸੀਂ ਉਹਦੇ ਜ਼ਿੰਮੇਵਾਰ ਸਿੱਧੇ ਤੌਰ ਤੇ? ਅਸੀਂ ਸਿੱਧੇ ਤੌਰ ਤੇ ਇੱਥੋਂ ਦੀ ਸਟੇਟ ਤੇ ਇੱਥੋਂ ਦੀ ਅਦਾਲਤ ਨੂੰ ਉਸ ਦੇ ਕਤਲ ਦਾ ਜ਼ਿੰਮੇਵਾਰ ਸਮਝਦੇ ਹਾਂ, ਜਿਨ੍ਹਾਂ ਨੇ ਉਹਨਾਂ ਨੂੰ ਮਰਨ ਲਈ ਮਜਬੂਰ ਕੀਤਾ। ਅੱਜ ਦਾ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ, ਅਸਲ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਰੱਖਣ ਦੀ ਲੋੜ ਕਿਉਂ ਪੈਂਦੀ ਹੈ ਸਾਨੂੰ, ਕਿ ਇਸ ਤਰ੍ਹਾਂ ਦੇ ਰੋਸ ਪ੍ਰਦਰਸ਼ਨ ਸਾਨੂੰ ਕਰਨੇ ਪੈਂਦੇ ਨੇ? ਦੇਖੋ ਜੀ, ਅਸੀਂ ਦੇਸ਼ ਦੇ ਵਿੱਚ ਕੀ ਦੇਖ ਰਹੇ ਹੈਗੇ ਆ, ਜਿਹੜੇ ਸਾਡੇ ਮਾਨਵੀ ਹੱਕ ਨੇ ਉਹਨਾਂ ਨੂੰ ਕੁਚਲਣ ਲਈ ਸਰਕਾਰ ਲਗਾਤਾਰ ਜਿਹੜੇ ਹੱਥਕੰਡੇ ਉਹ ਅਪਣਾ ਰਹੀ ਆ, ਤੇ ਜਿਹੜੇ ਸਾਡੇ ਬੁੱਧੀਜੀਵੀ ਤੇ ਲੇਖਕ ਨੇ ਇਸ ਦੇ ਬਾਰੇ ਵਿੱਚ ਕੁਝ ਲਿਖਦੇ ਨੇ, ਕੁਝ ਬੋਲਦੇ ਨੇ ਤੇ ਲੋਕਾਂ ਨੂੰ ਚੇਤਨ ਕਰਦੇ ਹੈਗੇ ਨੇ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਰਹੀ ਹੈ। ਉਹਨਾਂ ਤੇ ਝੂਠੇ ਮੁਕੱਦਮੇ, ਦੇਸ਼ ਧਰੋਹੀ ਦੇ ਮੁਕੱਦਮੇ, ਹੋਰ ਕਈ ਤਰ੍ਹਾਂ ਦੇ ਜਿਹੜੇ ਖਿਤਾਬ ਦੇ ਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਆ। ਇੱਕ ਮਨੁੱਖ ਹੈ, ਮਨੁੱਖ ਨੂੰ ਇੱਕ ਜੀਵਨ ਦਾ ਅਧਿਕਾਰ ਹੈ, ਬਲਕਿ ਉਹਨਾਂ ਤੋਂ ਜੀਵਨ ਦਾ ਅਧਿਕਾਰ ਵੀ ਜਿਹੜਾ ਹੈਗਾ ਉਹ ਖੋ ਲਿਆ ਗਿਆ ਹੈਗਾ। ਤੇ ਹੁਣ ਅਸੀਂ ਪਹਿਲਾਂ ਵਰਵਰਾ ਰਾਓ ਵਰਗੇ, ਸਾਈਂ ਬਾਬਾ ਵਰਗੇ, ਹੋਰ ਵੀ ਜਿਹੜੇ ਸੁਧਾ ਭਾਰਤਵਾਲ ਵਰਗੇ ਹੋਰ ਵੀ ਕਿੰਨੇ ਸਾਡੇ ਬੁੱਧੀਜੀਵੀ ਨੇ ਜਿਹੜੇ ਜੇਲ੍ਹ ਦੇ ਵਿੱਚ ਹੈਗੇ ਨੇ। ਤੇ ਇਹ ਅੱਜ ਜਿਹੜਾ ਰੋਸ ਪ੍ਰਦਰਸ਼ਨ ਅਸੀਂ ਨੇ ਰੱਖਿਆ ਹੈਗਾ, ਉਸ ਰੋਸ ਪ੍ਰਦਰਸ਼ਨ ਦੇ ਪਿੱਛੇ ਕਾਰਨ ਹੈਗਾ ਹੈ ਜਿਹੜੇ ਸਾਡੇ ਫਾਦਰ ਸਟੇਨ ਸਵਾਮੀ ਜੀ, ਜਿਹੜੇ 84 ਸਾਲਾਂ ਦੇ ਸਨ, ਜਿਹੜੇ ਲਗਾਤਾਰ ਜਿਹੜੇ ਆਦੀਵਾਸੀ ਲੋਕ ਸੀਗੇ ਉਹਨਾਂ ਦੇ ਹੱਕਾਂ ਦੇ ਲਈ ਲੜਾਈ ਲੜਦੇ ਰਹੇ, ਬੋਲਦੇ ਰਹੇ ਔਰ ਲੋਕਾਂ ਨੂੰ ਚੇਤਨ ਕਰਦੇ ਰਹੇ। ਉਹਨਾਂ ਦੇ ਉੱਪਰ ਵੀ ਝੂਠਾ ਮੁਕੱਦਮਾ ਬਣਾ ਕੇ ਜੇਲ੍ਹ ਵਿੱਚ ਡੱਕਿਆ ਹੋਇਆ ਸੀ, ਤੇ ਜਦੋਂ ਉਹ ਬਿਮਾਰ ਹੋਏ ਤਾਂ ਉਹਨਾਂ ਨੂੰ ਹਸਪਤਾਲ ਵੀ, ਉਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ ਗਈ, ਹਸਪੀਟਲ ਦੇ ਵਿੱਚ ਸੀ, ਉੱਥੇ ਵੀ ਉਹਨਾਂ ਨੂੰ ਬੇੜੀਆਂ ਪਾ ਕੇ ਰੱਖਿਆ ਗਿਆ, ਹੱਥਕੜੀਆਂ ਲਗਾ ਕੇ ਰੱਖਿਆ ਗਿਆ, ਉੱਥੇ ਉਹਨਾਂ ਦੀ ਮੌਤ ਹੋ ਜਾਂਦੀ ਆ। ਤੇ ਇਹ ਸਿਰਫ ਜਿਹੜੀ ਉਹਨਾਂ ਦੀ ਇਹ ਮੌਤ ਹੋਈ ਆ, ਇਹ ਸਾਡੇ ਸਰਕਾਰ ਵੱਲੋਂ ਕੀਤਾ ਗਿਆ ਕਤਲ ਹੈ। ਅਸੀਂ ਅੱਗੇ ਤੋਂ ਅਜਿਹਾ ਜਿਹੜਾ ਹੈਗਾ ਨਹੀਂ ਹੋਣ ਦੇਵਾਂਗੇ, ਕਿਉਂਕਿ ਜਦੋਂ ਵੀ ਜ਼ਰੂਰਤ ਪੈਂਦੀ ਹੈ, ਪਹਿਲੀ ਗੱਲ ਤੇ ਜਿਹੜੇ ਝੂਠੇ ਮੁਕੱਦਮੇ ਨੇ ਉਹ ਰੱਦ ਕੀਤੇ ਜਾਣ, ਸਾਡੇ ਬੁੱਧੀਜੀਵੀਆਂ ਨੂੰ, ਲੇਖਕਾਂ ਨੂੰ ਰਿਹਾ ਕੀਤਾ ਜਾਵੇ। ਦੂਜਾ, ਜਿਹੜਾ ਹਰ ਇੱਕ ਬੰਦੇ ਨੂੰ ਇੱਕ ਜਿਉਣ ਦਾ ਅਧਿਕਾਰ ਹੈਗਾ ਆ, ਤੇ ਹੱਕ ਤੇ ਸੱਚ ਤੇ ਦੇ ਬਾਰੇ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਦਾ ਜਿਹੜਾ ਸਵਾਲ ਹੈਗਾ ਆ, ਤੇ ਉਸ ਸਾਡੀ ਆਵਾਜ਼ ਨੂੰ ਨਾ ਕੁਚਲਿਆ ਜਾਵੇ। ਇਸ ਨੂੰ ਲੈ ਕੇ ਜਿਹੜਾ ਹੈਗਾ ਅਸੀਂ ਨੇ ਲਗਾਤਾਰ ਹੀ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਹੈਗੇ। ਤੇ ਮੈਮ, ਜਿੱਥੇ ਤੁਸੀਂ ਦੱਸਿਆ ਕਿ ਜਿਹੜੇ ਸਟੇਨ ਸਵਾਮੀ ਜੀ ਸੀ ਉਹਨਾਂ ਨੂੰ ਬਿਮਾਰ ਹੋਣ ਦੇ ਬਾਵਜੂਦ ਵੀ ਜਿਹੜੀ ਹੈ ਪੈਰੋਲ ਦਿੱਤੀ ਨਹੀਂ ਗਈ, ਤੇ ਦੂਜੇ ਪਾਸੇ ਆਪਾਂ ਗੱਲ ਕਰ ਲਈਏ ਜੇ ਸਾਡੇ ਦੇਸ਼ 'ਚ ਅਜਿਹੇ ਬਾਬੇ ਵੀ ਨੇ ਜਿਹੜੇ ਕਿ ਰੇਪ ਕੇਸਾਂ ਦੇ ਵਿੱਚ ਵੀ ਜੇਲ੍ਹਾਂ ਦੇ ਵਿੱਚ ਬੈਠੇ ਨੇ, ਪਰ ਉਹਨਾਂ ਨੂੰ ਬਿਮਾਰ ਹੋਣ ਦੀ ਸਿਰਫ ਇੱਕ ਬਹਾਨੇ ਦੀ ਲੋੜ ਹੈ ਤੇ ਉਹਨਾਂ ਨੂੰ ਨਾਲ ਦੀ ਨਾਲ ਪੈਰੋਲ ਮਿਲ ਜਾਂਦੀ ਹੈ। ਕੀ ਕਹਿਣਾ ਚਾਹੋਗੇ?
ਦੇਖੋ ਜੀ, ਇੱਕ ਪਾਸੇ ਤਾਂ ਉਹ ਲੋਕ ਨੇ ਜਿਹੜੇ ਕਿਰਤੀਆਂ ਦੇ ਹੱਕ ਵਿੱਚ ਖੜੇ ਨੇ, ਉਹ ਤਾਂ ਸਰਕਾਰ ਦੇ ਸਿੱਧੇ ਰੂਪ ਵਿੱਚ ਦੁਸ਼ਮਣ ਨੇ। ਜਿੱਥੋਂ ਤੱਕ ਕਿ ਬਾਬਿਆਂ ਦਾ ਜਿਹੜਾ ਜਦੋਂ ਅਸੀਂ ਕਲਚਰ ਦੇਖਦੇ ਆ, ਇਹ ਸਿੱਧੇ ਰੂਪ ਨਾਲ ਕਿਤੇ ਨਾ ਕਿਤੇ ਜਿਹੜਾ ਸਿਸਟਮ ਦੇ ਨਾਲ ਜੁੜਿਆ ਹੋਇਆ ਆ। ਲੋਕਾਂ ਦੇ ਜਿਹੜੇ ਵਿਰੋਧ ਕਰਨ ਦੇ ਨਾਲ ਜਦੋਂ ਲੋਕ ਉੱਠਦੇ ਨੇ ਤਾਂ ਇਹਨਾਂ ਬਾਬਿਆਂ ਨੂੰ ਜੇਲ੍ਹ ਵਿੱਚ ਡੱਕਿਆ ਜਾਂਦਾ ਹੈਗਾ, ਪਰ ਅੰਦਰ ਖਾਤੇ ਜਿਹੜੀ ਸਰਕਾਰ ਆਪਣਾ ਵੋਟ ਬੈਂਕ ਪੱਕਾ ਕਰਨ ਦੇ ਲਈ ਇਹਨਾਂ ਬਾਬਿਆਂ ਦੇ ਨਾਲ ਸਿੱਧਾ ਸੰਬੰਧ ਰੱਖਦੀ ਆ। ਇਹ ਸੱਚ ਲੜਾਈ ਇੱਕ ਜਮਾਤੀ ਲੜਾਈ ਆ। ਜਿਹੜੇ ਸਾਡੇ ਬੁੱਧੀਜੀਵੀ ਤੇ ਲੇਖਕ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ, ਉਹ ਬਿਲਕੁਲ ਸਿੱਧੇ ਹੋ ਕੇ ਸਰਕਾਰ ਦੇ ਨਾਲ ਟੱਕਰਦੇ ਨੇ। ਜਿਹੜੇ ਸਰਕਾਰ ਦੇ ਕਾਨੂੰਨ ਨੇ ਜਾਂ ਸਰਕਾਰ ਦੇ ਜਿਹੜੇ ਕਾਰਨਾਮੇ ਨੇ, ਉਹਨਾਂ ਪ੍ਰਤੀ ਲੋਕਾਂ ਨੂੰ ਚੇਤਨ ਕਰਦੇ ਨੇ। ਇਸ ਲਈ ਸਰਕਾਰ ਦੇ ਵਾਸਤੇ ਇਹ ਜ਼ਿਆਦਾ ਵੱਡੇ ਦੁਸ਼ਮਣ ਨੇ। ਉਹ ਨਹੀਂ ਚਾਹੁੰਦੇ ਹੈਗੇ ਕਿ ਬਾਹਰ ਆ ਕੇ ਲੋਕਾਂ ਨੂੰ ਜਾਗਰਿਤ ਕਰਨ ਤੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ, ਤਾਂ ਕਿ ਇਹਨਾਂ ਦੀ ਜਿਹੜੀ ਜ਼ੁਬਾਨ ਹੈ ਉਹਨਾਂ ਨੂੰ ਬੰਦ ਕੀਤਾ ਜਾਵੇ। ਤੇ ਮੈਮ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਜਿਹੜੇ ਆਪਣੇ ਹੱਕਾਂ ਦੀ ਗੱਲ ਕਰਦੇ ਨੇ, ਜਿਹੜੇ ਆਪਣੇ ਸੰਘਰਸ਼ ਕਰਨ ਵਾਲੇ ਜਿਹੜੇ ਵੀ ਚਾਹੇ ਲੇਖਕ ਵਰਗ ਹੋਏ, ਚਾਹੇ ਕੋਈ ਬੁੱਧੀਜੀਵੀ ਹੈ, ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਜਾਂਦਾ ਹੈ, ਕਿ ਇਹਦੇ ਖਿਲਾਫ ਲੱਗਦਾ ਕਿ ਅੱਗੇ ਨੂੰ ਸਰਕਾਰ ਸਾਡੀਆਂ ਮੰਗਾਂ ਮੰਨੂਗੀ ਜਾਂ ਕਿ ਸਰਕਾਰ ਇਹੋ ਜਿਹੇ ਕਾਨੂੰਨ ਰੱਦ ਕਰ ਸਕਦੀ ਹੈ? ਦੇਖੋ ਜੀ, ਲੋਕਾਂ ਦਾ ਸੰਘਰਸ਼ ਹੁੰਦਾ ਹੈ। ਜਦੋਂ ਲੋਕ ਇਕੱਠੇ ਹੋ ਕੇ ਤੁਰਦੇ ਨੇ ਤਾਂ ਕਿਤੇ ਨਾ ਕਿਤੇ ਸਿਸਟਮ ਨੂੰ, ਸਰਕਾਰ ਨੂੰ ਝੁਕਣਾ ਪੈ ਜਾਂਦਾ। ਸਾਡਾ ਇਤਿਹਾਸ ਗਵਾਹ ਆ ਕਿ ਜਦੋਂ ਵੀ ਇਤਿਹਾਸ ਦੇ ਵਿੱਚ ਜਿੰਨੇ ਵੀ ਅੰਦੋਲਨ ਹੋਏ, ਜਦੋਂ ਲੋਕ ਇਕੱਠੇ ਹੋ ਕੇ ਉਹਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਤਾਂ ਵੱਡੇ ਵੱਡੇ ਤਖਤੇ ਜਿਹੜੇ ਨੇ ਉਹ ਵੀ ਅਸੀਂ ਡਿੱਗਦੇ ਦੇਖੇ ਨੇ। ਸਾਡੇ ਨਾਲ ਇਸੇ ਮੁੱਦੇ ਤੇ ਗੱਲਬਾਤ ਕਰਨ ਲਈ ਪ੍ਰੋਫੈਸਰ ਬਾਵਾ ਸਿੰਘ ਮੌਜੂਦ ਨੇ, ਜਿਹੜੇ ਕਿ ਸਾਨੂੰ ਦੱਸਣਗੇ ਕਿ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ, ਧਰਨਾ ਪ੍ਰਦਰਸ਼ਨ ਕੀਤਾ ਗਿਆ, ਅਸਲ 'ਚ ਇਹੋ ਜਿਹੇ ਧਰਨੇ ਪ੍ਰਦਰਸ਼ਨ ਸਾਨੂੰ ਕਰਨ ਦੀ ਜ਼ਰੂਰਤ ਕਿਉਂ ਪੈਂਦੀ ਆ? ਸਾਡੇ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਜੇ ਕਮੀਆਂ ਨੇ ਤਾਂ ਉਹ ਕੀ ਕਮੀਆਂ ਨੇ, ਉਹਨਾਂ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ? ਪ੍ਰੋਫੈਸਰ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਜਿਹੜਾ ਅੱਜ ਦਾ ਪਹਿਲੀ ਗੱਲ ਤਾਂ ਕਿ ਧਰਨਾ ਪ੍ਰਦਰਸ਼ਨ ਕੀਤਾ ਗਿਆ, ਇਹ ਕੀ ਸਬੰਧ ਦੇ ਵਿੱਚ ਕੀਤਾ ਗਿਆ ਸੀ? ਦੇਖੀਏ, ਅੱਜ ਦਾ ਜਿਹੜੇ ਧਰਨੇ ਪ੍ਰਦਰਸ਼ਨ ਹੋ ਰਹੇ ਨੇ, ਇੱਥੇ ਨਹੀਂ ਹੋਰ ਵੀ ਥਾਵਾਂ ਤੇ ਪੰਜਾਬ 'ਚ ਹੋ ਰਹੇ ਹੋਣਗੇ, ਮੁਲਕ 'ਚ ਵੀ ਹੋ ਰਹੇ ਹੋਣਗੇ। ਇਹ ਇੱਕ ਬੜਾ ਹੀ ਮਨੁੱਖੀ ਹੱਕਾਂ ਲਈ, ਜਮਹੂਰੀ ਹੱਕਾਂ ਲਈ ਲੜਨ ਵਾਲਾ ਇੱਕ ਬਜ਼ੁਰਗ ਜਿਹਦਾ ਨਾਮ ਫਾਦਰ ਸਟੈਨ ਸਵਾਮੀ ਸੀ। ਉਹ ਪਿਛਲੇ ਮੈਨੂੰ ਲੱਗਦਾ ਵੀ 2 ਸਾਲ ਤੋਂ ਵੀ ਸ਼ਾਇਦ ਸਮੇਂ ਤੋਂ ਵੱਧ ਤੋਂ ਜੇਲ੍ਹ ਦੇ ਵਿੱਚ ਸੀ, ਤੇ ਉਹਦੇ ਤੇ ਇਸ ਤਰ੍ਹਾਂ ਦੇ ਕੇਸ ਜਿਹੜੇ ਸੀ ਫਰੇਮ ਕੀਤੇ ਹੋਏ ਸੀ ਸਰਕਾਰ ਨੇ, ਕਿ ਜਿਵੇਂ ਉਹ ਸਮਾਜ ਵਿਰੋਧੀ ਹੋਵੇ, ਸਰਕਾਰ ਵਿਰੋਧੀ ਹੋਵੇ, ਉਹ ਬਾਗੀ ਹੋਵੇ, ਸਰਕਾਰ ਨੂੰ ਉਲਟਾਉਣਾ ਚਾਹੁੰਦਾ ਹੋਵੇ, ਤੇ ਜਾਂ ਉਹਨਾਂ ਕਦੇ ਮਾਓਵਾਦੀ ਹੋਵੇ, ਕਮਿਊਨਿਸਟ ਹੋਵੇ, ਇਹੋ ਜਿਹੇ ਕੇਸਾਂ ਦੇ ਵਿੱਚ ਅੰਦਰ ਸੀ। ਔਰ ਸਾਰੇ ਕੇਸ ਉੱਤੇ ਝੂਠੇ ਬਣੇ ਹੋਏ ਸੀ। ਤਾਂ ਉਸ ਨੂੰ ਕਿਉਂਕਿ ਜ਼ਮਾਨਤ ਵੀ ਨਹੀਂ ਮਿਲੀ, ਪੈਰੋਲ ਵੀ ਨਹੀਂ ਮਿਲੀ, ਉਹ ਬੰਦਾ ਜੇਲ੍ਹ ਦੇ ਵਿੱਚ ਹੀ, ਜੇਲ੍ਹ ਦੇ ਹਸਪਤਾਲ ਦੇ ਵਿੱਚ ਹੀ ਬਜ਼ੁਰਗ ਹੁੰਦਾ ਹੋਇਆ ਉਹ ਫੌਤ ਹੋ ਗਿਆ। ਤਾਂ ਇਸ ਗੱਲ ਦਾ ਲੋਕਾਂ ਨੂੰ ਗੁੱਸਾ ਹੈ, ਇਸ ਗੱਲ ਦਾ ਵੀ ਉਹ ਨਜਾਇਜ਼ ਉਸ ਵਿਅਕਤੀ ਤੇ ਕੇਸ ਪਾ ਕੇ ਉਹਨੂੰ ਸਮਝੋ ਵੀ ਇੱਕ ਕਿਸਮ ਦਾ ਉਹਨੂੰ ਇਹ ਬੇਲੋੜੀ ਸਜ਼ਾ ਦਿੱਤੀ ਗਈ ਹੈ। ਤਾਂ ਉਸ ਦੇ ਹੱਕ ਵਿੱਚ ਜਿਹੜੇ ਅੱਜ ਧਰਨੇ ਰੋਸ ਮੁਜ਼ਾਹਰੇ ਹੋ ਰਹੇ ਹਨ। ਤੇ ਸਰ, ਜਿਵੇਂ ਹੁਣ ਤੁਸੀਂ ਦੱਸਿਆ ਕਿ ਉਹਨਾਂ ਨੂੰ ਇੱਕ ਜੇ ਹੱਕਾਂ ਦੀ ਗੱਲ ਕਰਦੇ ਸੀ, ਅਧਿਕਾਰਾਂ ਦੀ ਗੱਲ ਕਰਦੇ ਸੀ, ਇਹੋ ਜਿਹੇ ਕਾਨੂੰਨ ਫਿਰ ਜੇ ਸਰਕਾਰ ਖਤਮ ਕਿਉਂ ਨਹੀਂ ਕਰਨ ਦਿੰਦੀ? ਜੇਕਰ ਲੋਕਾਂ ਦੇ ਇਹ ਖਿਲਾਫ ਨੇ, ਲੋਕਾਂ ਨੂੰ ਆਵਾਜ਼ ਦੱਬੀ ਜਾਂਦੀ ਹੈ, ਆਮ ਲੋਕਾਂ ਲਈ ਭਲੇ ਲਈ ਨਹੀਂ ਹੈਗੇ, ਫਿਰ ਇਹਨਾਂ ਨੂੰ ਸਰਕਾਰ ਖਤਮ ਕਿਉਂ ਨਹੀਂ ਕਰ ਦਿੰਦੀ? ਦੇਖੋ, ਸਰਕਾਰਾਂ ਦੇ ਏਜੰਡੇ ਔਰ ਮੁੱਦੇ ਜਿਹੜੇ ਹੈ ਉਹ ਨਹੀਂ ਹੈਗੇ ਅੱਜ ਕੱਲ੍ਹ ਦੀਆਂ ਸਰਕਾਰਾਂ ਦੇ। ਜਿਹੜੇ ਏਜੰਡੇ, ਮੁੱਦੇ, ਜਿਹੜੇ ਕਾਨੂੰਨ ਨੇ ਉਹ ਲੋਕਾਂ ਲਈ ਹੋਣ। ਅਸਲ ਦੇ ਵਿੱਚ ਇਹ ਸਰਕਾਰਾਂ ਜਿਹੜੀਆਂ, ਇਹ ਕੁਛ ਇੱਕ ਛੋਟਾ ਜਿਹਾ ਸੈਕਸ਼ਨ ਜਿਹੜਾ ਆਪਾਂ ਕਹਿ ਸਕਦੇ ਹਾਂ ਸਮਾਜ ਦਾ, ਮੁੱਠੀ ਭਰ ਲੋਕ ਜਿਹੜੇ ਨੇ, ਥੋੜ੍ਹੇ ਲੋਕ ਜਿਹੜੇ ਨੇ, ਉਹਨਾਂ ਦੇ ਜਿਹੜੇ ਆਪਾਂ ਕਹਾਂਗੇ ਇੰਟਰਸਟ ਨੇ, ਉਹਨਾਂ ਦੇ ਜਿਹੜੇ ਹਿੱਤ ਨੇ, ਉਹਨਾਂ ਨੂੰ ਪੂਰਨ ਲਈ, ਉਹਨਾਂ ਦੇ ਹਿੱਤਾਂ ਨੂੰ ਹੋਰ ਬੜਾਵਾ ਦੇਣ ਲਈ ਧਿਆਨ 'ਚ ਰੱਖ ਕੇ ਕਾਨੂੰਨ ਬਣਦੇ ਨੇ। ਆਮ ਲੋਕਾਂ ਦੇ ਹੱਕ ਹਕੂਕ ਨੂੰ ਧਿਆਨ ਦੇ ਵਿੱਚ ਰੱਖ ਕੇ ਕਾਨੂੰਨ ਨਹੀਂ ਬਣਾਏ ਜਾਂਦੇ। ਇਸ ਕਰਕੇ ਜਦੋਂ ਲੋਕ ਆਪਣੇ ਹੱਕਾਂ ਤੋਂ ਵਾਂਝੇ ਹੋ ਜਾਂਦੇ ਆ, ਉਹ ਆਪਣੇ ਹੱਕ ਮੰਗਦੇ ਆ। ਜਦੋਂ ਉਹ ਹੱਕ ਮੰਗਦੇ ਆ ਤਾਂ ਸਰਕਾਰਾਂ ਜਿਹੜੀਆਂ ਉਹਨਾਂ ਨੂੰ ਰੋਕਣਾ ਚਾਹੁੰਦੀਆਂ। ਉਦਾਹਰਨ ਦੇ ਤੌਰ ਤੇ ਮੈਂ ਕਹਿੰਦਾ ਵੀ ਹੁਣ ਕਿਸਾਨ ਨੇ, ਕਿਸਾਨ ਭਲਾ ਕੀ ਗਲਤ ਮੰਗ ਰਹੇ ਆ? ਉਹ ਠੀਕ ਮੰਗ ਰਹੇ ਆ, ਲੇਕਿਨ ਸਰਕਾਰ ਕਿਸਾਨਾਂ ਦੇ ਹੱਕ ਦੇ ਵਿੱਚ ਕਾਨੂੰਨ ਨਹੀਂ ਬਣਾਊਗੀ। ਕਿਸਾਨਾਂ ਦੇ ਹੱਕਾਂ ਨੂੰ ਲੁੱਟਣ ਵਾਲੇ ਜਿਹੜੇ ਥੋੜ੍ਹੇ ਜਿਹੇ ਵੱਡੇ ਘਰਾਣੇ ਨੇ, ਵੱਡੇ ਬਿਜ਼ਨਸ ਘਰ ਨੇ, ਕਾਰਪੋਰੇਟਸ, ਉਹਨਾਂ ਦੇ ਹੱਕ 'ਚ ਬਣਾਊਗੀ। ਇਸ ਕਰਕੇ ਸਰਕਾਰ, ਇਹ ਲੋਕਾਂ ਦੀਆਂ ਸਰਕਾਰਾਂ ਨਹੀਂ ਹੈਗੀਆਂ। ਸਰਕਾਰ ਲੋਕਾਂ ਨੂੰ ਧਿਆਨ 'ਚ ਕਾਨੂੰਨ ਨਹੀਂ ਬਣਾ ਰਹੀ, ਥੋੜ੍ਹੇ ਲੋਕਾਂ ਨੂੰ ਧਿਆਨ 'ਚ ਰੱਖ ਕੇ ਕਾਨੂੰਨ ਬਣਾਉਂਦੀ ਹੈ, ਤਾਂ ਲੋਕ ਲੜਦੇ। ਸਾਡਾ ਸੰਵਿਧਾਨ ਤਾਂ ਕਹਿੰਦਾ ਜੀ ਇਹ ਲੋਕਤੰਤਰ ਹੈ, ਅਸੀਂ ਲੋਕਤੰਤਰ ਦੇ ਵਿੱਚ ਕੰਮ ਕਰਦੇ ਹਾਂ, ਤੇ ਪੰਜਾਬ ਦੇ ਵਿੱਚ ਤੇ ਪੂਰੇ ਭਾਰਤ ਦੇ ਵਿੱਚ ਜਿਹੜਾ ਲੋਕਤੰਤਰ ਹੈ ਵੀ ਉਹ ਸਿਸਟਮ ਕੰਮ ਕਰਦਾ। ਫਿਰ ਇੱਥੇ ਤੁਸੀਂ ਲੋਕਤੰਤਰ ਨੂੰ ਕਿਵੇਂ ਦੇਖਦੇ ਹੋ? ਲੋਕਤੰਤਰ ਨੂੰ ਅਸੀਂ ਇਹ ਮੰਨ ਕੇ ਚੱਲਦੇ ਹਾਂ ਵੀ ਹਿੰਦੁਸਤਾਨ 'ਚ ਪੂਰਾ ਵਧੀਆ ਤਰੀਕੇ ਦਾ ਲੋਕਤੰਤਰ ਨਹੀਂ। ਇਹ ਮੇਰੇ ਕਹਿਣ ਦੀ ਗੱਲ ਨਹੀਂ ਹੈ, ਇਹ ਵੱਡੇ ਵੱਡੇ ਜਿਹੜੇ ਚਿੰਤਕ ਲੋਕ ਹੈ, ਈਵਨ ਪਿੱਛੋਂ ਜੇ ਵੈਸਟ ਦੇ ਵਿੱਚ, ਪੱਛਮ ਦੇ ਵਿੱਚ ਜਿਹੜੇ ਇੱਕ ਬਹੁਤ ਵੱਡਾ ਟਾਈਮ ਮੈਗਜ਼ੀਨ ਹੈ, ਉਹਨੇ ਵੀ ਲਿਖਿਆ, ਕਿਸੇ ਨੇ ਲਿਖਿਆ ਵੀ ਇੱਥੇ ਅੱਧੀ ਆਜ਼ਾਦੀ ਹੈ,
ਜਰਮਨ ਵਾਲਿਆਂ ਨੇ ਕਿਹਾ ਵੀ ਇੱਥੇ ਪੂਰਨ ਆਜ਼ਾਦੀ ਨਹੀਂ। ਬੜੀਆਂ ਸਾਰੀਆਂ ਸੰਸਥਾਵਾਂ ਇਹ ਕਹਿ ਰਹੀਆਂ ਕਿ ਹਿੰਦੁਸਤਾਨ ਦੇ ਲੋਕਾਂ ਨੂੰ ਜਮਹੂਰੀ ਹੱਕ ਜਿਹੜੇ ਹਿਊਮਨ ਰਾਈਟਸ ਨੇ, ਜਿਹੜੇ ਮਨੁੱਖੀ ਅਧਿਕਾਰ ਨੇ, ਨਹੀਂ ਮਿਲ ਰਹੇ। ਇਸ ਕਰਕੇ ਸਾਡਾ ਵੀ ਇਹ ਮੰਨਣਾ ਹੈ, ਇਕੱਲਾ ਸਾਡਾ ਹੀ ਨਹੀਂ, ਬਹੁਤ ਸਾਰੇ ਲੋਕਾਂ ਦਾ, ਬੁੱਧੀਜੀਵੀਆਂ ਦਾ, ਵੱਡੇ ਵੱਡੇ ਚਿੰਤਕਾਂ ਦਾ ਇਹ ਮੰਨਣਾ ਹੈ ਕਿ ਹਿੰਦੁਸਤਾਨ ਦੇ ਵਿੱਚ ਆਈਡੀਅਲ ਕਿਸਮ ਦੀ, ਆਦਰਸ਼ਕ ਕਿਸਮ ਦੀ ਡੈਮੋਕ੍ਰੇਸੀ, ਲੋਕਤੰਤਰ, ਰਾਜਤੰਤਰ ਨਹੀਂ। ਇਹ ਸਗੋਂ ਹੌਲੀ ਹੌਲੀ ਫਾਸ਼ੀਵਾਦ ਵੱਲ ਔਰ ਮਾਫੀਆ ਤੰਤਰ ਟਾਈਪ ਜਿਹੜਾ ਅਮੀਰ ਲੋਕਾਂ ਦਾ ਜਿਹੜਾ ਤੁਸੀਂ ਜਿਹਨੂੰ ਕਿ ਅਰਿਸਟੋਕ੍ਰੇਸੀ ਟਾਈਪ, ਇਹ ਉਸ ਕਿਸਮ ਦਾ ਹੀ ਇਹ ਨਿਜ਼ਾਮ ਬਣ ਰਿਹਾ। ਇਹ ਲੋਕਤੰਤਰ ਨਹੀਂ ਹੈ। ਫਿਰ ਜੇ ਸਰ ਲੋਕਤੰਤਰ ਨਹੀਂ ਹੈ ਤੇ ਸਿਸਟਮ ਜਿਹੜੇ ਤੁਹਾਡੇ ਅਨੁਸਾਰ, ਕਹਿਣ ਅਨੁਸਾਰ ਕਿ ਭ੍ਰਿਸ਼ਟ ਹੋ ਚੁੱਕਿਆ ਜੇਕਰ ਸਿਸਟਮ, ਇਹਦਾ ਹੱਲ ਕੀ ਹੋ ਸਕਦਾ ਹੈ? ਹੱਲ ਇਸ ਦਾ ਵੇਖੋ ਚੇਤਨਾ ਹੀ ਹੈ। ਹੌਲੀ ਹੌਲੀ ਲੋਕ ਚੇਤਨ ਹੋਣਗੇ। ਜਿਵੇਂ ਹੁਣ ਅੱਜ ਕੱਲ੍ਹ ਦੀ ਆ ਕਿਸਾਨ ਮੂਵਮੈਂਟ ਨੇ ਬੜੇ ਲੋਕ ਚੇਤਨ ਕੀਤੇ ਆ। ਉਹ ਲੀਡਰਾਂ ਨੂੰ ਸਵਾਲ ਪੁੱਛਦੇ ਆ, ਉਹਨਾਂ ਨੂੰ ਘੇਰ ਲੈਂਦੇ ਆ, ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਆਹ ਕਾਨੂੰਨ ਸਾਡਾ ਰੁਜ਼ਗਾਰ ਦੇਣ ਲਈ ਕਾਨੂੰਨ ਕਿਉਂ ਨਹੀਂ ਬਣਾਉਂਦੇ, ਚੰਗੀ ਖੇਤੀ ਲਈ ਕਾਨੂੰਨ ਕਿਉਂ ਨਹੀਂ ਬਣਾਉਂਦੇ। ਤਾਂ ਲੋਕਾਂ 'ਚ ਚੇਤਨਾ ਵਧੇਗੀ। ਚੇਤਨਾ ਦੇ ਨਾਲ ਲੋਕ ਇਕੱਠੇ ਹੋਣਗੇ, ਇਕੱਠੇ ਹੋ ਕੇ ਸਰਕਾਰਾਂ 'ਤੇ ਦਬਾਅ ਪਾਉਣਗੇ, ਇਕੱਠੇ ਹੋ ਕੇ ਵੱਡੀਆਂ ਜਿਹੜੇ ਧਰਨਿਆਂ ਮੁਜ਼ਾਹਰਿਆਂ ਰਾਹੀਂ ਲੋਕ ਇਹਨਾਂ ਨੇਤਾਵਾਂ ਨੂੰ, ਲੀਡਰਾਂ ਨੂੰ ਕਹਿਣਗੇ ਕਿ ਸਾਡੇ ਲੋਕਾਂ ਦੇ ਹੱਕਾਂ ਵਾਸਤੇ ਕਾਨੂੰਨ ਬਣ। ਕੀ ਲੱਗਦਾ ਸਰ ਕਿ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਲੋਕ ਜਿਹੜੇ ਹੈਗੇ ਨੇ ਉਹ ਚੇਤਨ ਹੋਣੇ ਸ਼ੁਰੂ ਹੋ ਗਏ ਨੇ, ਜਿਵੇਂ ਤੁਸੀਂ ਕਿਸਾਨ ਧਰਨੇ ਦੀ ਐਗਜ਼ਾਮਪਲ ਦਿੱਤੀ ਆ, ਕਿ ਹੁਣ ਜਿਵੇਂ 2022 ਦੀਆਂ ਚੋਣਾਂ ਨੇੜੇ ਆ ਰਹੀਆਂ ਨੇ, ਲੋਕਾਂ ਦੇ ਵਿੱਚ ਕੁਛ ਨਾ ਕੁਛ ਹੈ, ਮਤਲਬ ਕਿ ਜਾਗਰਤੀ ਆਈ ਹੈ ਕਿ ਅਗਲੀ ਵਾਰੀ ਇਹਨਾਂ ਚੋਣਾਂ ਤੋਂ ਬਾਅਦ ਆਪਾਂ ਨੂੰ ਕੋਈ ਨਾ ਕੋਈ ਬਦਲਾਅ ਆਉਣ ਦੀ ਉਮੀਦ ਹੈ? ਦੇਖੋ ਭਲਾ, ਮੈਂ ਸਮਝਦਾ ਕਿ ਉਮੀਦ ਹੈ। ਇਹ ਦੋ ਤਰ੍ਹਾਂ ਹੋ ਸਕਦਾ। ਇੱਕ ਤਾਂ ਜਿਹੜੀਆਂ ਆਲਰੇਡੀ ਪਾਰਟੀਆਂ ਲੜਦੀਆਂ ਨੇ ਚੋਣਾਂ, ਉਹਨਾਂ ਨੂੰ ਸੋਚਣਾ ਪੈ ਰਿਹਾ ਹੈ ਕਿ ਕਿਸ ਤਰ੍ਹਾਂ ਦੇ ਕੈਂਡੀਡੇਟ ਅਸੀਂ ਲੋਕਾਂ 'ਚ ਭੇਜੀਏ ਜਿਨ੍ਹਾਂ ਨੂੰ ਲੋਕ ਘੇਰਨ ਨਾ, ਜਿਹੜੇ ਸਾਫ਼ ਸੁਥਰੇ ਹੋਣ। ਜਾਂ ਤਾਂ ਉਹਨਾਂ ਨੂੰ ਸਾਫ਼ ਸੁਥਰੇ ਕੈਂਡੀਡੇਟ ਦੇਣੇ ਪੈਣਗੇ, ਨੰਬਰ 1। ਨੰਬਰ 2, ਉਹਨਾਂ ਨੂੰ ਲੋਕਾਂ ਦੇ ਮੁੱਦੇ ਉਠਾਉਣੇ ਪੈਣਗੇ, ਭਾਵੇਂ ਸਿੱਖਿਆ ਦਾ ਹੈ, ਸਿਹਤ ਦਾ ਹੈ, ਖੇਤੀ ਦਾ ਹੈ, ਰੁਜ਼ਗਾਰ ਦਾ ਹੈ, ਲੋਕਾਂ ਦੀ ਆਮਦਨ ਵਧਾਉਣ ਦਾ ਹੈ, ਯਾਨੀ ਕਿ ਲੋਕਾਂ ਦੀ ਜ਼ਿੰਦਗੀ ਬਿਹਤਰ ਕਿਵੇਂ ਹੋਵੇ, ਉਹਨਾਂ ਨੂੰ ਸਾਰਿਆਂ ਨੂੰ ਮੁੱਦੇ ਲਿਆਉਣੇ ਪੈਣਗੇ। ਤੀਸਰਾ ਇਹ ਹੈ, ਮੈਂ ਮੰਨ ਕੇ ਚੱਲਦਾ ਕਿ ਲੋਕਾਂ 'ਚ ਚੇਤਨਾ ਵੱਧ ਰਹੀ ਹੈ, ਇਹ ਦਿਨੋਂ ਦਿਨ ਵਧੇਗੀ। ਹਰੇਕ ਸੰਘਰਸ਼ ਜਿਹੜਾ ਉਹ ਵੱਡੀ ਚੇਤਨਾ ਛੱਡ ਕੇ ਜਾਂਦਾ। ਹਰੇਕ ਸੰਘਰਸ਼, ਭਾਵੇਂ ਆਜ਼ਾਦੀ ਦਾ ਸੰਘਰਸ਼ ਸੀ, ਭਾਵੇਂ ਗਦਰੀਆਂ ਦਾ ਸੰਘਰਸ਼ ਸੀ, ਭਾਵੇਂ ਭਗਤ ਸਿੰਘ ਹੋਰਾਂ ਦੀ ਲਹਿਰ ਸੀ, ਭਾਵੇਂ ਅੱਜ ਕਿਸਾਨਾਂ ਦੀ ਲਹਿਰ ਹੈ, ਤਾਂ ਉੱਥੇ ਗਿਆ ਹੋਇਆ ਵਿਅਕਤੀ ਜਦੋਂ ਵਾਪਸ ਆਉਂਦਾ ਸੰਘਰਸ਼ ਤੋਂ, ਉਹ ਪਹਿਲਾਂ ਨਾਲੋਂ ਬਦਲਿਆ ਹੋਇਆ ਹੁੰਦਾ। ਉਹ ਸਵਾਲ ਕਰਦਾ, ਉਹ ਸਟੇਜਾਂ 'ਤੇ ਬੋਲਦਾ, ਉਹ ਲੋਕਾਂ ਨੂੰ ਦੱਸਦਾ, ਲੋਕਾਂ ਨੂੰ ਸਮਝਾਉਂਦਾ। ਤਾਂ ਇਹ ਚੇਤਨਾ ਦੇ ਨਾਲ ਇਹ ਦਬਾਅ ਪਾ ਕੇ ਰਾਜਨੀਤੀ ਸੁਧਾਰੀ ਵੀ ਜਾ ਸਕਦੀ ਹੈ। ਚੰਗੇ ਮੁੱਦੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਲਿਆਉਣ ਲਈ ਅਗਰ ਇਹ ਜੇ ਲੋਕ ਮਜਬੂਰ ਕਰ ਦੇਣਗੇ ਕਿ ਉਹ ਪਾਰਟੀ ਸਾਡੇ ਕੋਲ ਵੋਟਾਂ ਲੈਣ ਆਵੇ, ਜਿਹੜੇ ਆਹ ਮੁੱਦੇ ਜਿਹੜੇ ਲੋਕ ਪੱਖੀ ਨੂੰ ਲੈ ਕੇ ਆਉਣਗੇ ਕਿ ਇਹਨਾਂ ਨੂੰ ਸਜ਼ਾਵਾਂ ਕਿਵੇਂ ਮਿਲਣ, ਜਿਹੜੇ ਲੁੱਟਦੇ ਰਹੇ ਨੇ, ਜਿਹੜੇ ਵੱਡੇ ਵੱਡੇ ਬਿਊਰੋਕਰੈਟ ਹੈ, ਨੇਤਾ ਲੋਕ ਨੇ, ਇਹਨਾਂ ਦੀਆਂ ਆਮਦਨੀਆਂ ਜਿਹੜੀਆਂ ਉਹ ਫਰੋਲੀਆਂ ਜਾਣ, ਵੱਧ ਆਮਦਨੀਆਂ ਇਹਨਾਂ ਦੀਆਂ ਕੁਰਕ ਕੀਤੀਆਂ ਜਾਣ, ਉਹ ਆਮਦਨੀਆਂ ਲੋਕਾਂ ਦੀ ਭਲਾਈ ਦੇ ਉੱਤੇ ਲਾਈਆਂ ਜਾਣ। ਲੋਕਾਂ ਕੋਲ ਚੇਤਨਾ ਆਏਗੀ, ਲੋਕ ਮੰਗਣਗੇ ਔਰ ਇਹ ਛੱਡ ਕੇ ਭੱਜਣਗੇ ਰਾਜਨੀਤੀ। ਕਿਉਂਕਿ ਲੋਕ ਜਦੋਂ ਜਾਗਰੂਕ ਹੋ ਜਾਣਗੇ ਤਾਂ ਲੋਕ ਇਹਨਾਂ ਤੋਂ ਅੱਗੇ ਲੰਘ ਜਾਣਗੇ, ਇਹ ਪਿੱਛੇ ਰਹਿ ਜਾਣਗੇ। ਜੀ ਸਰ ਜੀ, ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਇਹ ਸੀ ਜੀ ਪ੍ਰੋਫੈਸਰ ਬਾਵਾ ਸਿੰਘ ਜੀ, ਜਿਨ੍ਹਾਂ ਨੇ ਆਪਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਚੇਤਨਾ ਵਧਾਈ ਜਾ ਸਕਦੀ ਹੈ, ਕਿਸ ਤਰ੍ਹਾਂ ਲੋਕ ਅਗਲੀ ਵਾਰੀ ਯੁੱਗ ਪਲਟਾ ਸਕਦੇ ਨੇ ਅਗਰ ਲੋਕ ਆ ਜਿਹੜੇ ਉਹ ਚੇਤਨ ਹੋਣ। ਲੋਕਾਂ ਨੂੰ ਅਸਲ ਜਾਗਰਤੀ ਦੀ ਲੋੜ ਹੈ, ਲੋਕਾਂ ਨੂੰ ਜਾਗਣ ਦੀ ਲੋੜ ਹੈ। ਸੋ ਤੁਸੀਂ ਜੁੜੇ ਰਹੋ ਪੁਆਧੀ ਟੀਵੀ ਦੇ ਨਾਲ। ਧੰਨਵਾਦ ਜੀ।